ਤੁਹਾਡੀ ਆਤਮਾ ਬਣੇ ਸਾਰੀ ਰੂਹਾਂ ਬਚ ਸਕਣ ਪਰਮੇਸ਼ਰ। ਤੁਸੀਂ ਕਿਸੇ ਰੂਹ ਦਾ ਨਾਸ਼ ਨਹੀਂ ਚਾਹੁੰਦੇ ਜੋ ਨਰਕ ਵਿੱਚ ਚਲੀ ਜਾਏ ਪਰਮੇਸ਼ਰ। ਤੁਸੀਂ ਪਰਮੇਸ਼ਰ ਸਾਰੇ ਚਾਹੁੰਦੇ ਲੋਕ ਸਾਰੇ ਕੋਈ ਜਾਤ ਪਾਤ ਨਹੀਂ ਪਰਮੇਸ਼ਰ, ਸਾਰੇ ਲੋਕ ਬਚ ਸਕਣ ਪਰਮੇਸ਼ਰ ਜੋ ਤੁਹਾਡੇ ਸਵਰਗ ਦੀ ਤਿਆਰ ਸਕਣ ਪਰਮੇਸ਼ਰ। ਤੁਹਾਡਾ ਸ਼ੁਕਰ ਤੁਸੀਂ ਕਿ ਰਾਹ ਸਚਾਈ ਤੇ ਜੀਵਨ ਮੈਂ ਮੇਰੇ ਤੋਂ ਬਿਨਾਂ ਕੋਈ ਵੀ ਸਵਰਗ 'ਚ ਜਾ ਸਕਦਾ। ਹਰ ਇੱਕ ਲੋਕ ਤੁਹਾਡੇ ਸਵਰਗ ਦੀ ਤਿਆਰ ਹੋ ਸਕਣ ਜਾ ਸਕਣ ਪਰਮੇਸ਼ਰ। ਤੁਹਾਡਾ ਸ਼ੁਕਰ ਹੈ ਪਰਮੇਸ਼ਰ ਜਿਸ ਨੂੰ ਮੇਰੀ ਦੁਆ ਨੂੰ ਸੁਣਨਾ और मैं प्रचार जो सुनना मैं बड़ा ਤੁਹਾਡੀ आत्मा बने जो सुनने प्रचार ਦੇ ਸਾਰੇ ਰੂਹਾਂ ਬਚ ਸਕਣ ਜਿਸ ਮਸੀਹ ਦੇ ਨਾਮ ਮੰਗਦੇ ਆਮੀਨ। 16 ਬਾਬ ਲੋਕਾਂ 16 ਬਾਬ ਉਹਦੀ ਇੱਕ ਹੈ ਧਨੀ ਤੇ ਲਾਜ਼ਰ। ਉਸਨੇ ਚੇਲਿਆਂ ਨੂੰ ਵੀ ਆਖਿਆ ਕਿ ਇੱਕ ਤੁਹਾਨੂੰ ਮਨੁੱਖ ਜਿਹਦਾ ਇੱਕ ਮੁਖਤਿਆਰ ਹੈ ਸੀ। ਉਸਨੇ ਚੇਲਿਆਂ ਨੂੰ ਵੀ ਆਖਿਆ ਕਿ ਇੱਕ ਧਨਵਾਨ ਮਨੁੱਖ ਸੀ ਜਿਹਦਾ ਇੱਕ ਮੁਖਤਿਆਰ ਹੈ ਸੀ ਅਤੇ ਇਹਦਾ ਗਿਲਾ ਉਹਦੇ ਕੋਲ ਕੀਤਾ ਗਿਆ ਜੋ ਤੇਰੇ ਮਾਲ ਉਡਾਉਂਦਾ ਹੈ। ਤਾਂ ਉਸਨੇ ਉਹਨੂੰ ਸੱਦ ਕੇ ਆਖਿਆ ਭਈ ਇਹ ਕੀ ਹੈ ਜੋ ਮੈਂ ਤੇਰੇ ਵਿੱਚ ਸੌਂਦਾ ਹਾਂ। अपना मुख्तियार दे हिसाब दे क्यों जो तुम अगे नूं मुख्तियार नहीं लै सकदा। उस मुख्तियार ने अपने जी विच कहा मैं की करा कि जो मेरा मालिक मुख्तियारी मेरे तो फोन लगा है। कहीं मेरे कोल मारी नहीं जाती है ते पिछा मंगनों तो मैनू लाज आउंदी है। मैं जान गया हाँ भई करांगा तो मैं जान गया भाई की करांगा। ਤਾਂ जिस ਵੇਲੇ मैं मुख्तियार हटाया जावां ਤਾਂ ਉਹ ਆਪਣੇ कबूल करन। ਤਾਂ ਉਸਨੇ अपना मालिक ਦੇ ਕਰਜ਼ਿਆਈਆਂ ਨੂੰ ਇੱਕ ਇੱਕ ਕਰਕੇ ਕੋਲ ਸੱਦਿਆ ਤੇ ਕਹਿਣ ਅਤੇ ਪਹਿਲਾਂ ਕਿਹਾ ਕਿ ਮੇਰਾ ਤੂੰ ਮੇਰੇ ਮਾਲਕ ਦਾ ਕਿੰਨਾ ਦੇਣਾ ਹੈ। ਉਸਨੇ ਬੜਾ 100 ਮਣ ਤੇਲ। ਫਿਰ ਉਹ ਉਸਨੂੰ ਆਖਿਆ ਭਈ ਆਪਣੀ ਬੂਹਾ ਲੈ ਤੇ ਬੈਠ ਕੇ ਛੇਤੀ 50 ਲਿਖ। ਫਿਰ ਉਹ ਦੂਜੇ ਨੂੰ ਕਿਹਾ ਤੇ ਕਿੰਨਾ ਦੇਣਾ। ਉਸਨੇ ਆਖਿਆ 100 ਮਣ ਕਣਕ। ਉਸਨੇ ਉਹਨੂੰ ਆਖਿਆ ਭਈ ਆਪਣੀ ਬਹੀ ਲੈ ਕੇ 80 ਲਿਖ। ਤੇ ਮਾਲਕ ਨੇ ਉਸਨੂੰ ਨਮਕ ਹਰਾਮ ਮੁਖਤਿਆਰ ਦੀ ਵਡਿਆਈ ਕੀਤੀ ਇਸ ਲਈ ਜੋ ਉਸਨੇ ਚਤੁਰਾਈ ਕੀਤੀ ਕਿਉਂ ਜੋ ਇਸ ਯੁੱਗ ਦੇ ਪੁੱਤਰ ਆਪਣੀ ਪੀੜ੍ਹੀ ਵਿੱਚ ਚਾਨਣ ਦੇ ਪੁੱਤਰ ਨਾਲੋਂ ਚਤੁਰ ਹਨ। ਇਸ ਪੀੜ੍ਹੀ ਦੇ ਲੋਕ ਇਹਦਾ ਚਾਨਣ ਦੇ ਪੁੱਤਰ ਨਾਲੋਂ ਚਤੁਰ ਹਨ। ਉਹ ਰੱਬ ਨੂੰ ਵੀ ਕਿਤੇ ਮੰਨਦੇ ਨਹੀਂ ਹੈਗੇ, ਉਹ ਰੱਬ ਨੂੰ ਵੀ ਨਹੀਂ ਜਾਣਦੇ ਹੈਗੇ ਜਿਸ ਨੇ ਧਰਤੀ ਆਕਾਸ਼ ਬਣਾਇਆ, ਜਿਹਨੇ ਸਭ ਕੁਛ ਬਣਾਇਆ बदली। क्योंकि बंदा जो परमेश्वर ने आदम ते हवा नूं बनाया, जो परमेश्वर का जिहड़ा आत्मा पानी तरदा सी कहंदा क्यों ना धरती बनावां सब कुछ जानवर जो तां 6 दिन सब कुछ करके 7वें दिन छुट्टी मनाउंदे ने। इदां परमेश्वर कहंदा धरती दे लोग जिहड़े चातर आ, जो बलीस भी वही चातर सी, वो भी अपने आप नूं रब मनन लग पिया। कहता तू कौन आ जो परमेश्वर ने अपने फरिश्ते धराए, फरिश्ते रब मन लग पे अपने। उन्हें सब फरिश्ते जो लखां जो फरिश्ते उन्हें धरती से सुट दिते दुनिया बनाने तो पहले। जिहड़े उन्होंने नहीं मानते, जिहड़े उहदी बरखलाफी हो गए, वो सारे के सारे जिहड़े परमेश्वर के अपने आप को रब समझन लग पे सारे के सारे थले फरिश्ते सुट दिते। अब जो बाद जा स्थान बन गए, जिहड़े फरिश्ते स्थान बन गए जो आदम ते हवा जिहड़े आ वो बाग दे विच ही उन्होंने कहते हवा नूं कहते फल खाना तेरी अखां खुल जाणगियां। इस करके जो वो दोवां नूं बाग दे विचों निकलना पिया। जो रब मिलण आया कहता आदम हवा तूं कित्थे आ, कहते लुके आई नंगे आ। इदां परमेश्वर ने उन्होंने नाले सप नूं बाहर कढ दिता। होर भी कहते सप ये चाहुंदा भी ये लोग जिहड़े भगत ना बन जाण, ये लोग स्वर्ग दे विच ना चल जाण, ज्यादा लोग नरक विच जाण जिहड़े भगत उन्हां दे उत्ते भी हमला स्थान करदा, उन्हां नूं दुख दिंदा, उन्हां नूं मुसीबतां दिंदा भी ये बंदगी च वड़ जाण, उन्हां दे कष्ट लिआउंदा।
ਉਹ ਸੜਦਾ, ਕਹਿੰਦਾ ਸ਼ੈਤਾਨ ਵੀ ਇਹ ਕਿਉਂ ਰੱਬ ਦਾ ਨਾਮ ਲੈਣ ਦੇ, ਕਿਉਂ ਮੇਰੇ ਯਿਸੂ ਮਸੀਹ ਦਾ ਨਾਮ ਲੈਣ ਦੇ, ਕਿਉਂਕਿ ਮੈਨੂੰ ਉਤੋਂ ਕਹਿੰਦਾ ਸਮਾਨ ਤੋਂ ਜਦੋਂ ਉਹਦੇ ਫਰਿਸ਼ਤੇ ਸੁੱਟ ਦਿੱਤੇ ਨਾ ਕਈ ਲੱਖਾਂ ਨੇ, ਜਿਹੜੇ ਯਿਸੂ ਮਸੀਹ ਦੇ ਬਰਖਲਾਫ ਹੋ ਗਏ ਜਵਾ ਪਰਮੇਸ਼ਰ ਦੇ, ਉਹੀ ਬਾਅਦ ਚ ਆ ਕੇ ਹੁਣ ਲੋਕਾਂ ਨੂੰ ਤੰਗੀ ਦੇਣ ਦੇ ਆ ਵੀ ਮੈਨੂੰ ਤਾਂ ਰੱਬ ਨੇ ਜਿਹੜਾ ਸੁੱਟ ਦਿੱਤਾ ਥੱਲੇ, ਇਹ ਕਿਉਂ ਲੋਕ ਸਵਰਗ ਤੇ ਚੱਲ ਜਾਣ, ਇਹ ਕਿਉਂ ਲੋਕ ਮੰਨਣ। ਏਦਾਂ ਕਿ ਲਿਖਿਆ ਵਾ, ਤਾਂ ਮਾਲਕ ਨੇ ਉਸ ਨੂੰ ਨਮਕਰਾਮ ਮੁਖਤਿਆਰ ਦੀ ਵਡਿਆਈ ਕੀਤੀ, ਇਸ ਲਈ ਜੋ ਉਹਨੇ ਚਤੁਰਾਈ ਕੀਤੀ, ਕਿਉਂ ਜੋ ਇਸ ਯੁੱਗ ਦੇ ਪੁੱਤਰ ਆਪਣੀ ਪੀੜ੍ਹੀ ਵਿੱਚ ਚੰਨ ਦੇ ਪੁੱਤਰ ਨਾਲੋਂ ਚਤੁਰ ਹਨ। ਮੈਂ ਤੁਹਾਨੂੰ ਆਖਦਾ ਭਈ ਕੁਦਰਤ ਦੀ ਮਾਇਆ ਨਾਲ ਆਪਣੇ ਲਈ ਮਿੱਤਰ ਬਣਾਉਣੇ ਅੱਜ ਸਵੇਰੇ ਇਹ ਜਾਂਦੀ ਰਹੀ ਤਾਂ ਤੁਹਾਨੂੰ ਸਦੀਵ ਕਾਲ ਦੇ ਰਹਿਣ ਵਾਲਿਆਂ ਡੇਰਿਆਂ ਵਿੱਚ ਕਬੂਲ, ਸਦੀਵ ਕਾਲ ਦੇ ਰਹਿਣ ਵਾਲੇ ਡੇਰਿਆਂ ਵਿੱਚ ਕਬੂਲ ਕਰਨ। ਸੋ ਥੋੜ੍ਹਾ ਤੋਂ ਥੋੜੇ ਵਿੱਚ ਵੀ ਧਿਆਨਦਾਰ ਹੈ, ਸੋ ਬਹੁਤ ਵਿੱਚ ਵੀ ਧਿਆਨਦਾਰ ਹੈ, ਅਤੇ ਜੋ ਥੋੜੇ ਤੋਂ ਥੋੜੇ ਵਿੱਚ ਬੇਈਮਾਨ ਹੈ, ਸੋ ਬਹੁਤ ਵਿੱਚ ਵੀ ਬੇਈਮਾਨ ਹੈ। ਸੋ ਤੁਸੀਂ ਕੁਦਰਤ ਦੀ ਮਾਇਆ ਵਿੱਚ ਧਿਆਨਦਾਰ ਨਾ ਹੋ ਤਾਂ ਸੱਚ ਧਨ ਕੌਣ ਤੁਹਾਨੂੰ ਸੌਂਪੇਗਾ, ਔਰ ਜੇ ਤੁਸੀਂ ਪਰਾਏ ਮਾਲ ਵਿੱਚ ਧਿਆਨਦਾਰ ਨਾ ਹੋ ਤਾਂ ਤੁਹਾਡਾ ਆਪਣਾ ਹੀ ਕੌਣ ਤੁਹਾਨੂੰ ਦੇਵੇਗਾ। ਕੋਈ ਟਹਿਲੂ ਦੋ ਮਾਲਕਾਂ ਦੀ ਟਹਿਲ ਨਹੀਂ ਕਰ ਸਕਦਾ, ਕਿਉਂ ਜੋ ਇੱਕ ਨਾਲ ਵੈਰ ਤੇ ਦੂਜੇ ਨਾਲ ਪ੍ਰੀਤ ਰੱਖੇ, ਜਾਂ ਇੱਕ ਨਾਲ ਮਿਲਿਆ ਰਹੇ ਤਾਂ ਦੂਜੇ ਨੂੰ ਤੁੱਛ ਜਾਣੇ। ਤੁਸੀਂ ਪਰਮੇਸ਼ਰ ਤੇ ਮਾਇਆ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ, ਤੁਸੀਂ ਮਾਇਆ ਦੀ ਤੇ ਪਰਮੇਸ਼ਰ ਦੀ ਸੇਵਾ ਨਹੀਂ ਕਰ ਸਕਦੇ। ਜੇ ਤੁਸੀਂ ਮਾਇਆ ਦਾ ਧਿਆਨ ਕਰੋ ਤਾਂ ਤੁਸੀਂ ਸਵਰਗ ਵਿੱਚ ਨਹੀਂ ਜਾ ਸਕਦੇ। ਆਪਣੇ ਚੇਲਿਆਂ ਨੂੰ ਕਹਿੰਦਾ ਨਾ ਕੁੜਤਾ, ਨਾ ਕੋਈ ਲਾਠੀ, ਨਾ ਕੋਈ ਚੀਜ਼ ਲਓ, ਤਾਂ ਸਭ ਕੁਝ ਤੁਹਾਨੂੰ ਰਸਤੇ ਵਿੱਚ ਵੀ ਮਿਲੇਗਾ। ਇਹਦਾ ਪਰਮੇਸ਼ਰ ਕਹਿੰਦਾ ਚਿੜੀਆਂ ਕਾਵਾਂ ਨੂੰ ਮੈਂ ਖਾਣ ਨੂੰ ਦਿੰਦਾ, ਜੇ ਤੂੰ ਮੇਰਾ ਸੇਵਾਦਾਰ ਮੇਰੀ ਸੇਵਕਾਈ ਦੇ ਵਿੱਚ ਲੱਗਾ ਮੈਂ ਤੈਨੂੰ ਸਭ ਕੁਝ ਖਾਣ ਨੂੰ ਨਾ ਦੇਵਾਂਗੇ ਜੇ ਤੂੰ ਮੇਰੀ ਸੇਵਾ ਕਰੇਗਾ। ਇਹਦਾ ਇੱਕ ਬੂਟੀ ਜਿਹੜੀ ਐਡਾ ਵਧੀਆ ਫੁੱਲ ਲੱਗਦਾ ਉਹ ਅੱਗ ਵਿੱਚ ਝੋਕੀ ਜਾਂਦੀ ਆ, ਉਹਨਾਂ ਨੂੰ ਮੈਂ ਇੰਨੀ ਵਧੀਆ ਬਣਾਉਣਾ ਬੂਟੀ ਨੂੰ, ਤੇ ਮੈਂ ਤੁਹਾਨੂੰ ਵਧੀਆ ਖਾਣ ਨੂੰ ਨਾ ਚੀਜ਼ਾਂ ਦੇਵਾਂਗਾ। ਤੁਸੀਂ ਰਾਤ ਨੂੰ ਸੌਂਗੇ, ਸੁਬਾਹ ਤੁਹਾਡਾ ਸਾਰਾ ਹੀ ਜਿਹੜਾ ਪ੍ਰਬੰਧ ਹੋਏਗਾ। ਫilistiਆਂ ਨੇ ਜਿਹੜੇ ਰੁਪਏ ਦੇ ਲੋਭੀ ਸਨ, ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਉਹ ਉਸ ਉੱਤੇ ਮਖੌਲ ਕਰਨ ਲੱਗੇ। ਉਸਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਉਹ ਜਿਹੜੇ ਮਨੁੱਖ ਦੇ ਅੱਗੇ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਹੋ, ਪਰ ਪਰਮੇਸ਼ਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ। ਕਹਿੰਦਾ ਤੁਸੀਂ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਜੇ ਵੀ ਬੜੇ ਧਰਮੀ ਆ, ਬੜੇ ਸੱਚੇ ਆ, ਤੇ ਯਿਸੂ ਮਸੀਹ ਕਹਿੰਦਾ ਮੈਂ ਤੁਹਾਨੂੰ ਲੋਕਾਂ ਨੂੰ ਜਾਣਦਾ ਹਾਂ। ਜਦੋਂ ਪਰਮੇਸ਼ਰ ਨੂੰ ਉਹਨਾਂ ਨੇ ਸੱਦਿਆ, ਉਹਨਾਂ ਨੂੰ ਸੱਦਿਆ ਵੀ ਪਰਮੇਸ਼ਰ ਜੀ ਆਓ ਸਾਡੇ ਘਰ ਆਓ ਔਰ ਸਾਡੇ ਘਰ ਖਾਣਾ ਖਾਓ। ਉਹ ਜਦੋਂ ਖਾਣਾ ਖਾਣ ਬੈਠੇ ਤਾਂ ਚੇਲਿਆਂ ਨੇ ਹੱਥ ਨਹੀਂ ਧੋਤਾ, ਤੇ ਪਰਮੇਸ਼ਰ ਖੁਦ ਰੱਬ ਹੀ ਉਹਨੇ ਉਹਨਾਂ ਦੇ ਮਨਾਂ ਨੂੰ ਸੋਚ ਲਿਆ। ਕਹਿੰਦਾ ਵੀ ਤੁਸੀਂ ਮਨ ਚ ਸੋਚਦੇ ਨੇ, ਇਹਦਾ ਤੁਹਾਡੇ ਦਿਲ ਜਿਹੜੇ ਪਾਪ ਨਾਲ ਭਰੇ ਹੋਏ ਨੇ, ਜੋ ਤੁਸੀਂ ਤੁਹਾਡਾ ਜਿਹੜਾ ਤੁਸੀਂ ਸੱਚਾਈ ਨਾਲ ਨਹੀਂ ਚੱਲਣ ਦੇ ਹੈਗੇ, ਕਿਉਂਕਿ ਪਰਮੇਸ਼ਰ ਨੇ ਸਭ ਕੁਝ ਜਾਣ ਲਿਆ ਵੀ ਇਹਦੇ ਹੱਥ ਨਹੀਂ ਧੋਤੇ। ਇਹਦਾ ਜੇ ਤੁਹਾਡਾ ਮਨ ਨਹੀਂ ਸਾਫ਼ ਹੈਗਾ, ਜਿੰਨੇ ਮਰਜ਼ੀ ਹੱਥ ਧੋ ਲਓ, ਜੇ ਤੁਹਾਡਾ ਮਨ ਸਾਫ਼ ਸਭ ਕੁਝ ਤੁਹਾਨੂੰ ਪਰਮੇਸ਼ਰ ਬਰਕਤਾਂ ਦੇਵੇਗਾ। ਹੱਥ ਧੋਣਾ ਥੋੜਾ ਕਹਿੰਦਾ। ਫilistiਆਂ ਬਾਰੇ ਪਰਮੇਸ਼ਰ ਨੇ ਕਿਹਾ, ਫilistiਆਂ ਨੇ ਜਿਹੜੇ ਰੁਪਏ ਦੇ ਲੋਭੀ ਸਨ, ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਉੱਤੇ ਮਖੌਲ ਕਰਨ ਲੱਗੇ। ਫilisti ਜਿਹੜੇ ਹੋਰ ਵੀ ਲੋਕ ਮਖੌਲ ਕਰਦੇ ਆ, ਉਦੋਂ ਪਰਮੇਸ਼ਰ ਤੇ ਮਖੌਲ ਕਰਨ ਲੱਗੇ। ਉਸਨੇ ਨੂੰ ਆਖਿਆ ਤੁਸੀਂ ਉਹ ਜਿਹੜੇ ਮਨੁੱਖਾਂ ਦੇ ਅੱਗੇ ਆਪਣੇ ਨੂੰ ਧਰਮੀ ਠਹਿਰਾਉਂਦੇ ਆ, ਪਰ ਪਰਮੇਸ਼ਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ। ਪਰਮੇਸ਼ਰ ਹਰ ਇੱਕ ਦੇ ਦਿਲਾਂ ਨੂੰ ਜਾਣਦਾ ਹੈ। ਲੋਕਾਂ ਸਾਹਮਣੇ ਧਰਮੀ ਬਣਾਉਣੇ ਮੈਂ ਬੜਾ ਧਰਮੀ ਆ, ਮੈਂ ਬੜਾ ਸੇਵਕ ਆ, ਤੇ ਪਰਮੇਸ਼ਰ ਤੁਹਾਨੂੰ ਵੀ ਜਾਣਦਾ ਹੈ। ਪਰਮੇਸ਼ਰ ਸੋ ਕਹਿੰਦਾ ਵੀ ਲੋਕਾਂ ਨੂੰ ਖਿੱਚ ਧਰੂ ਕੇ ਨਰਕ ਚ ਬਚਾਓ, ਇਹ ਨਰਕ ਵਿੱਚ ਨਾ ਲੋਕ ਚੱਲ ਜਾਣ। ਖਿੱਚ ਧਰੂ ਕੇ ਮੈਨੂੰ ਅੱਗ ਤੇ, ਸ਼ੈਤਾਨ ਵੀ ਕਹਿੰਦਾ ਡਰਦਾ ਅੱਗ ਤੋਂ, ਉਹ ਨਰਕ ਤੋਂ ਸ਼ੈਤਾਨ ਵੀ ਡਰਦਾ। ਜੋ ਕਬਰਾਂ ਦੇ ਵਿੱਚ ਰਹਿੰਦਾ ਵਾ, ਉਹ ਕਬਰਾਂ ਦੇ ਵਿੱਚ ਜਿਹੜਾ ਰਹਿੰਦਾ ਸੀ, ਉਹ ਜਦੋਂ ਸ਼ੈਤਾਨ ਉਹਦੇ ਵਿੱਚੋਂ ਕੱਢਿਆ ਤੇ ਸ਼ੈਤਾਨ ਕਹਿੰਦਾ ਵੀ ਨਹੀਂ, ਮੈਂ ਉੱਥੇ ਨਹੀਂ ਜਾਣਾ, ਨਰਕ ਦੇ ਵਿੱਚ ਨਹੀਂ ਜਾਣਾ, ਮੈਨੂੰ ਅਸੂਰਾਂ ਦੇ ਵਿੱਚ ਕਰ ਦਿਓ।
जो परमेश्वर उन्होंने जो आज्ञा मन के सूरज च घालता। शैतान कहते वो अग तो नरक दी डरदा है। इदा परमेश्वर कहता भी तुसीं बाजो तुहाडी तो जो अग लगन डी है, कहता ओटा तुहाडी जो अग लगन डी, कहता पोटा भे के लाजू कर मेरी जीभ ते लाए। उसने उन्होंने आख्या तुसीं ਉਹ ਜਿਹੇ ਮਨੁੱਖਾਂ ਦੇ ਅੱਗੇ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਹੋ, ਪਰ ਪਰਮੇਸ਼ਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ, ਕਿਉਂ ਜੋ ਮਨੁੱਖ ਦੇ ਲੇਖੇ ਉਹ ਉੱਤਮ ਹੈ, ਸੋ ਪਰਮੇਸ਼ਰ ਦੀ ਦਰਗਾਹ ਘਲਾਉਣਾ ਹੈ। ਤੁਰਤ ਔਰ ਨਬੀ ਜੂ ਨਾਤਿਕ ਸਨ। ਉਸ ਵੇਲੇ ਤੇ ਉਹ ਪਰਮੇਸ਼ਰ ਦੇ ਰਾਜ ਦੀ ਖੁਸ਼ਖਬਰੀ ਸੁਣਾਈ ਜਾਂਦੇ ਅਤੇ ਹਰ ਕੋਈ ਜ਼ੋਰ ਮਾਰ ਕੇ ਉਸ ਵਿੱਚ ਵੜਦਾ ਹੈ, ਪਰ ਆਕਾਸ਼ ਤੇ ਧਰਤੀ ਦਾ ਟਲ ਜਾਣਾ ਤੁਰੀ ਦੀ ਇੱਕ ਬਿੰਦੀ ਤੇ ਮਿਟ ਜਾਣ ਤੇ ਨਾਲੋਂ ਸਹਿਜ ਹੈ। ਹਰ ਇੱਕ ਜੋ ਆਪਣੀ ਤੀਵੀ ਨੂੰ ਤਿਆਗ ਕੇ ਦੂਜੀ ਨੂੰ ਵਿਆਹੇ ਸੋ ਜਨਾਹ ਕਰਦਾ ਹੈ, ਤੇ ਜਿਹੜਾ ਖਸਮ ਦੀ ਤਿਆਗੀ ਹੋਈ ਤੀਵੀ ਨੂੰ ਵਿਆਹੇ ਉਹ ਜਨਾਹ ਕਰਦਾ ਹੈ। ਇਹਦਾ ਸਭ ਕੁਝ ਮੇਰੇ ਜੋ ਮੈਂ ਤੁਹਾਡਾ ਬਾਰੇ ਜਾਣਦਾ, ਤੁਹਾਡਾ ਲੇਖਾ ਲੈਣਾ। ਇੱਕ ਧਨਵਾਨ ਮਨੁੱਖ ਸੀ ਜੋ ਬੇਗਰੀ ਅਤੇ ਬਰੀਕ ਕੱਪੜੇ ਪਹਿਨਣਾ ਦਾ ਅਤੇ ਨਿਤ ਭੋਗ ਵਿਲਾਸ ਕਰਦਾ ਅਤੇ ਸਾਹ ਨਾਲ ਰਹਿੰਦਾ ਸੀ। ਔਰ ਲਾਜਰ ਨਾਉ ਦਾ ਇੱਕ ਕੰਗਾਲ ਫੋੜਿਆਂ ਨਾਲ ਭਰਿਆ ਹੋਇਆ ਉਹਦੀ ਡਿਉੜੀ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ, ਔਰ ਜਿਹੜੇ ਚੂਰੇ ਭੂਰੇ ਉਸ ਧਨਵਾਨ ਦੀ ਮੇਜ਼ ਤੋਂ ਉੱਤੇ ਡਿੱਗਦੇ ਸਨ ਉਹ ਉਹਨਾਂ ਨਾਲ ਆਪਣੇ ਢਿੱਡ ਭਰਨਾ ਚਾਹੁੰਦਾ ਸੀ। ਸਗੋਂ ਕੁੱਤੇ ਵੀ ਆਣ ਕੇ ਉਹਦੇ ਫੋੜਿਆਂ ਨੂੰ ਚੜਦੇ ਸਨ। ਅਤੇ ਇਉਂ ਹੋਇਆ ਜੋ ਕੰਗਾਲ ਮਰ ਗਿਆ ਔਰ ਦੂਤਾਂ ਨੇ ਉਸ ਨੂੰ ਅਬਰਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ। ਔਰ ਪਤਾਲ ਵਿੱਚ ਦੁਖੀ ਹੋ ਕੇ ਉਸਨੇ ਆਪਣੀ ਅੱਖਾਂ ਚੁੱਕੀਆਂ ਤੇ ਦੂਰੋਂ ਅਬਰਾਮ ਨੂੰ ਔਰ ਉਹਦੀ ਗੋਦ ਵਿੱਚ ਲਾਜ਼ਰ ਨੂੰ ਡਿਠਾ। ਤਾਂ ਉਸਨੇ ਆਵਾਜ਼ ਮਾਰ ਕੇ ਕਿਹਾ, ਹੈ ਪਿਤਾ ਅਬਰਾਮ, ਮੇਰੇ ਉੱਤੇ ਦਇਆ ਕਰ ਅਤੇ ਲਾਜ਼ਰ ਨੂੰ ਕਰ ਲੈ, ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਠੰਡੀ ਕਰੇ, ਕਿਉਂ ਜੋ ਮੈਂ ਇਸ ਲੰਬ ਵਿੱਚ ਕਲਪਦਾ ਹਾਂ। ਪਰਮੇਸ਼ਰ ਨੇ ਸਾਰਿਆਂ ਨੂੰ ਮੌਕਾ ਦਿੱਤਾ ਵੀ ਕੋਈ ਲੰਬ ਵਿੱਚ ਨਾ ਕਲਪੇ। ਤਾਂ ਪਰਮੇਸ਼ਰ ਨੇ ਜਿਹੜੀ ਆਪਣੀ ਜਾਨ ਧਰਤੀ ਜੋ ਹੈ ਇਸ ਧਰਤੀ ਤੇ ਆ ਕੇ ਜਾਨ ਦਿੱਤੀ ਸੂਲੀ ਤੇ, ਆਪ ਕਸ਼ਟ ਸਹਿ ਲਿਆ। ਕੰਡਿਆਂ ਦਾ ਤਾਜ ਜੋ ਇੱਕ ਪੈਰ 'ਚ ਕੰਡਾ ਲੱਗ ਜਾਂਦਾ, ਕਿੰਨੀ ਤਕਲੀਫ ਹੁੰਦੀ। ਸਿਰ 'ਚ ਕੰਡਿਆਂ ਦਾ ਤਾਜ ਪਾਇਆ, ਹੱਥਾਂ ਪੈਰਾਂ 'ਚ ਕੇ ਲਟਕਵਾਏ। ਪਾਈਆ ਕਹਿੰਦੇ ਮਾਰਸ਼ਲ ਆਰਟ ਦਾ ਜਦੋਂ ਛਾਂਟਾ ਵੱਜਦਾ ਹੈ। ਥੁੱਕਿਆ ਕਈ ਕੋ, ਇਹ ਬੰਦੇ ਬਦਲੇ, ਮੂੰਹ ਤੇ ਚਪੇੜਾਂ ਮਾਰੀਆਂ ਕਈ ਕੁਛ, ਇਹ ਬੰਦੇ ਬਦਲੇ ਜੋ ਸ਼ਰਮਿੰਦਗੀ ਉਠਾਈ ਕਿ ਇਹ ਨਰਕ ਵਿੱਚ ਨਾ ਚਲਿਆ ਜਾਏ। ਪਰਮੇਸ਼ਰ ਕਹਿੰਦਾ ਹੁਣ ਮੈਂ ਵੀ ਮੂੰਹ ਫੇਰੂੰਗਾ, ਜੋ ਬੰਦਾ ਮੇਰੇ ਵੱਲ ਮੂੰਹ ਫੇਰੂਗਾ, ਵੀ ਮੇਰੇ ਜੋ ਸੇਵਕ ਸੀ ਉੱਪਰ 4 ਸੁਣਾਉਂਦੇ ਨਾ ਉਹਨਾਂ ਦੇ ਮਗਰ ਲੱਗੇ, ਨਾ ਉਹਨਾਂ ਦੀ ਸੁਣੇ ਤੋਬਾ ਕਰਕੇ ਵਾਪਸ ਮੰਨਦਾ। ਜਦੋਂ ਕਹਿੰਦਾ ਮੇਰੇ ਸੰਘਾਸਨ ਸਾਹਮਣੇ ਉਹਨਾਂ ਪੇਸ਼ ਹੋਣਾ ਵਾ, ਮੈਂ ਕਿਸੇ ਦੀ ਜਾਤ ਪਾਤ ਨਹੀਂ ਪੁੱਛਣੀ। ਜੋ ਸੰਘਾਸਨ ਗਾੜੀ ਪੇਸ਼ ਹੋਣਾ, ਕਹਿੰਦਾ ਮੈਂ ਵੀ ਉਹਨਾਂ ਨੂੰ ਮੂੰਹ ਫੇਰਾਂਗਾ ਜਦ ਤੁਸੀਂ ਮੇਰੇ ਸੇਵਕ ਦੀ ਨਹੀਂ ਸੁਣੀ। ਜੋ ਮੇਰੇ ਸੰਘਾਸਨ ਸਾਹਮਣੇ ਪੇਸ਼ ਹੋਣਗੇ ਉਹ ਲੋਕ, ਹਰ ਇੱਕ ਜਾਤ ਜੋ ਉਹਦੀ ਸੰਘਾਸਨ ਸਾਹਮਣੇ ਪੇਸ਼ ਹੋਣੇ ਆ। ਕਹਿੰਦਾ ਮੈਂ ਕਿਸੇ ਦੀ ਜਾਤ ਪਾਤ ਥੋੜਾ ਪੁੱਛਣੀ ਆ, ਜਾਂ ਕ੍ਰਿਸਚਨ ਹੈ ਜਾਂ ਕੋਈ ਹੋਰ ਆ। ਹਰ ਇੱਕ ਨੂੰ ਆਪਣਾ ਆਪਣਾ ਲੇਖਾ ਦੇਣਾ ਪੈਣਾ ਵਾ। ਉਹਨੇ ਪੁੱਛਣੀ, ਹਾਂ ਤੋਬਾ ਕੀਤੀ, ਵਾਪਸ ਮੰਨਿਆ। ਇਹਦਾ ਧਨੀ ਵੀ ਜੋ ਆ ਉੱਥੇ ਕਲਪਣ ਡਿਆ ਨਰਕ ਦੇ ਵਿੱਚ। ਜਸਮ ਸੀ ਜਿਹੜੀ ਅਸਲੀ ਕਹਾਣੀ ਦੱਸਣ ਡਿਆ ਵਾ ਲੋਕਾਂ ਨੂੰ ਕਿ ਤੁਸੀਂ ਵੀ ਨਾ ਨਰਕ ਵਿੱਚ ਕਲਪਿਓ। ਇੱਕ ਜਣਾ ਕਹਿੰਦੇ ਵੀ ਉਹ ਪਾਸਟ ਜੀ ਉਹਦਾ ਐਕਸੀਡੈਂਟ ਹੋ ਗਿਆ, ਬਾਹਰ ਦੇਸ਼ ਦਾ ਪਾਸਟ ਨਹੀਂ, ਐਕਸੀਡੈਂਟ ਹੋ ਗਿਆ ਤੇ ਉਹਦਾ ਜਿਹੜਾ ਉਹਦੀ ਡੈਥ ਹੋ ਗਈ। ਡਾਕਟਰ ਨੇ ਜਿਹੜਾ ਉਹਨੂੰ ਮੁਰਦਾ ਘੋਸ਼ਿਤ ਕਰ ਦਿੱਤਾ, ਉਹਨੂੰ ਸਰਟੀਫਿਕੇਟ ਦੇ ਦਿੱਤਾ ਵੀ ਇਹ ਮਰ ਗਿਆ ਵਾ। ਕਹਿੰਦੇ ਵੀ ਉਹਦੀ ਘਰ ਦੀ ਨੇ ਉਹਨੂੰ ਉਹਦੇ ਜਿੱਥੇ ਉਹਨੂੰ ਰੱਖਿਆ ਸੀ ਉੱਥੇ ਆਵਾਜ਼ਾਂ ਆਉਂਦੀਆਂ, ਉਹਦੀ ਘਰ ਦੀ ਉਹਨੂੰ ਆਪਣੇ ਘਰ ਲੈ ਆਈ। ਤੇ ਉਹਨੇ ਸਭ ਕੁਝ ਦੇ ਵਿੱਚ ਵੇਖਿਆ ਜੋ ਜਸੁੰਸੀ ਦਾ ਸਵਰਗ ਦੇ ਨਰਕ ਜੋ ਜਸੁੰਸੀ ਨੇ ਬਣਾਇਆ ਵੇਖਿਆ। ਤੇ ਨਰਕ ਵਿੱਚ ਲੋਕੀ ਰੋ ਰਹੇ ਨੇ, ਕਹਿੰਦਾ ਵੀ ਆਪਣਾ ਮਾਸ ਜੋ ਵੱਢ ਰਹੇ ਨੇ ਤੇ ਫਿਰ ਖਾ ਜਾਂਦੇ ਨੇ, ਫਿਰ ਉਹ ਚੱਕ ਆ ਜਾਂਦਾ ਵਾ। ਤੇ ਜਿਹੜਾ ਸਵਰਗ ਹੈ ਉੱਥੇ ਲੋਕੀ ਤਾਲੀਆਂ ਮਾਰਦੇ ਨੇ, ਮੌਜਾਂ ਲੈਂਦੇ ਨੇ, ਰੋਂਦੇ ਨੇ, ਤਰਫਣਦੇ ਨੇ। ਕਹਿੰਦਾ ਵੀ ਤੂੰ ਆਪਣੀ ਘਰ ਦੀ ਨਾਲ ਨਾਰਾਜ਼ ਨਾ ਹੋਈ, ਇਸ ਕਰਕੇ ਤੈਨੂੰ ਨਰਕ ਚ ਘੱਲ ਦੇਣਾ। ਕਹਿੰਦਾ ਵੀ ਜਾ ਵਾਪਸ, ਤੂੰ ਫਿਰ ਮੇਰਾ ਨਾਂ ਲੈ। ਫਿਰ ਉਹ ਜਿੰਦਾ ਹੋ ਗਿਆ। ਕਹਿੰਦੇ ਸਾਰੇ ਸੇਵਕ ਉੱਥੇ ਆਏ, ਸਭ ਲੋਕ ਲਾਗੇ ਆਏ, ਤੇ ਜੋ ਉਹਦੇ ਜਿਹੜਾ ਮੰਜੇ ਤੇ ਮੁਰਦਾ ਪਿਆ ਸੀ ਉਹ ਉਹਨਾਂ ਲੋਕਾਂ ਦੇ ਸਾਹਮਣੇ ਜਿੰਦਾ ਹੋ ਗਿਆ। ਉਹਨੇ ਸਭ ਕੁਛ ਆਪਣੀ ਹਿਸਟਰੀ ਦੱਸੀ ਵੀ
ਏਦਾਂ ਮੈਨੂੰ ਜਿਹੜਾ ਉੱਤੇ ਮੈਂ ਸਭ ਕੁਝ ਵੇਖਿਆ। ਘਰ ਦੀ ਲੜਾਈ ਕਰਕੇ ਮੈਂ ਨਰਕ 'ਚ ਚੱਲ ਚੱਲਿਆ। ਪਰ ਕਹਿੰਦਾ ਹੁਣ ਨਾ ਲੜੀ, ਹੁਣ ਤੂੰ ਨਰਕ, ਜੇ ਘਰ ਦੀ ਨਾਲ ਲੜਿਆ ਤੈਨੂੰ ਨਰਕ 'ਚ ਘਰ ਦੇਣਾ। ਨਿੱਕੀ ਜਿਹੀ ਗਲਤੀ ਪਿੱਛੇ ਉਹ ਨਰਕ ਵਿੱਚ ਚੱਲ ਚੱਲਿਆ ਹੈ। ਪਰ ਉਹਨੂੰ ਰੱਬ ਨੇ ਫਿਰ ਤੁਹਾਡੇ ਧਰਤੀ 'ਤੇ ਘੱਲਿਆ ਵੀ ਜਾ ਸਹੀ ਸਹੀ ਪ੍ਰਚਾਰ ਸੁਣਾ ਦੇ ਤੇ ਕਿਸੇ ਨਾਲ ਲੜਨਾ, ਔਰ ਮੇਰੇ ਬਾਰੇ ਕੋਈ ਮਾੜੀ ਗੱਲ ਨਾ ਕਹੀਂ। आवाज मार के क्या है, पिता अब्राहम मेरे उत्ते दया कर ते लाज नूं घल जो अपनी उंगल दा पोटा पानी विच डुबो के मेरी जीभ ठंडी करे, क्यों जो मैं इस लंब विच कलपदा हां। पर अब्राहम बोलिया, बच्चा याद कर तू अपने जिउंदे जी अपनी चंगी चीज पा, चंगियां चीजां पा चुका है, और इस तरह लाजर मंदियां चीजां पा। पर हुण ओह आराम, ओह इत्थे शांति पाउंदा है ते तू कलपदा है। और इस तो बाद ਸਾਡੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ, ਤਾਂ ਜੋ ਉਹ ਜਿਹੜੇ ਇੱਥੇ ਤੁਹਾਡੇ ਕੋਲ ਪਾਰ ਲੰਘਣ ਚਾਹੁਣ ਉਹ ਨਾ ਲੰਘ ਸਕਣ, ਨਾ ਇਧਰੋਂ ਕੋਈ ਸਾਡੇ ਕੋਲ ਇਸੇ ਪਾਸੇ ਆਉਣ। ਤਾਂ ਉਸਨੇ ਆਖਿਆ, ਪਿਤਾ ਤਦ ਮੈਂ ਤੇਰੀ ਮਿੰਨਤ ਕਰਦਾ ਹਾਂ ਜੋ ਤੂੰ ਉਹਨੂੰ ਮੇਰੇ ਪਿਓ ਦੇ ਘਰ ਭੇਜ, ਕਿਉਂਕਿ ਮੇਰੇ 5 ਭਰਾ ਹਨ, ਤਾਂ ਜੋ ਉਹਨਾਂ ਦੇ ਅੱਗੇ ਸਾਖੀ ਦੇਵੇ ਭਈ ਕਿਤੇ ਉਹ ਵੀ ਇਸ ਕਸ਼ਟ ਦੇ ਥਾਂ ਵਿੱਚ ਨਾ ਆਉਣ। ਤਾਂ ਅਬਰਾਮ ਨੇ ਆਖਿਆ ਕਿ ਉਹਨਾਂ ਦੇ ਕੋਲ ਮੂਸਾ ਤੇ ਨਬੀ ਹਨ, ਉਹ ਉਹਨਾਂ ਦੀ ਸੁਣ। ਪਰ ਉਸਨੇ ਆਖਿਆ, ਨਾ ਜੀ ਹੈ ਪਿਤਾ ਅਬਰਾਮ, ਪਰ ਜੇ ਕੋਈ ਮੁਰਦਿਆਂ ਵਿੱਚੋਂ ਉਹਨਾਂ ਦੇ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ। ਪਰ ਉਹਨੇ ਉਹਨਾਂ ਨੂੰ ਆਖਿਆ, ਜੇ ਮੂਸਾ ਤੇ ਨਬੀਆਂ ਦੀ ਨਾ ਸੁਣਨ ਤਾਂ ਭਾਵੇਂ ਮੁਰਦਿਆਂ ਵਿੱਚੋਂ ਵੀ ਕੋਈ ਜੀ ਉੱਠੇ, ਪਰ ਉਹਨਾਂ ਦੀ ਨਾ ਮੰਨਣਗੇ। ਕਹਿੰਦਾ ਭਾਵੇਂ ਮੁਰਦਿਆਂ ਵਿੱਚੋਂ ਵੀ ਜੀ ਉੱਠੇ, ਉਹਨਾਂ ਦੀ ਨਾ ਮੰਨਣਗੇ। ਤੁਹਾਡੀ ਕਹਿੰਦਾ ਵੀ ਮੇਰੇ ਭਰਾਵਾਂ ਨੂੰ ਜਿਹੜੇ 5 ਉਹਨਾਂ ਨੂੰ ਦੱਸ ਜਾ ਕੇ ਲਾਜ਼ਰ ਨੂੰ ਘਰ, ਜਿਹਦਾ ਉਹਨਾਂ ਕੋਲ ਮੂਸਾ ਦੀ ਬਾਣੀ ਹੈ। ਤਾਂ ਉਸਨੇ ਆਖਿਆ, ਪਿਤਾ ਜਦ ਮੈਂ ਤੇਰੀ ਮਿਹਨਤ ਕਰਦਾ ਜੋ ਉਹਨੂੰ ਮੇਰੇ ਪਿਓ ਦੇ ਘਰ ਭੇਜ, ਕਿਉਂਕਿ ਮੇਰੇ 5 ਭਰਾ ਹਨ। ਤਾਂ ਉਹਨੇ ਉਹਨਾਂ ਦੇ ਅੱਗੇ ਸਾਕੀ ਦੇਵੇ ਭਾਈ ਕਿਤੇ ਉਹ ਵੀ ਇਸ ਕਸ਼ਟ ਦੇ ਥਾਂ ਵਿੱਚ ਨਾ ਆਉਣ, ਕਹਿੰਦਾ ਉਹ ਵੀ ਨਰਕ ਦੇ ਵਿੱਚ ਨਾ ਆਉਣਾ, ਇਸ ਕਰਕੇ ਮੇਰੇ 5 ਭਰਾ ਨੇ। ਪਰ ਅਬਰਾਮ ਨੇ ਆਖਿਆ, ਉਹਨਾਂ ਦੇ ਕੋਲ ਮੂਸਾ ਤੇ ਨਬੀ ਹਨ, ਕਹਿੰਦਾ ਵੀ ਉਹਨਾਂ ਕੋਲ ਮੂਸਾ ਤੇ ਨਬੀ ਹਨ, ਉਹਨਾਂ ਦੀ ਸੁਣ, ਉਹਨਾਂ ਨੂੰ ਉਹਦੇ ਸੁਣਨਾ। ਪਰ ਉਸਨੇ ਆਖਿਆ, ਹਾਂ ਜੀ ਪਿਤਾ ਅਬਰਾਮ, ਪਰ ਜੇ ਕੋਈ ਮੁਰਦਿਆਂ ਵਿੱਚ ਉਹਨਾਂ ਦੇ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ। ਕਹਿੰਦਾ ਵੀ ਜੇ ਮੁਰਦਿਆਂ ਵਿੱਚ ਕੋਈ ਜਾਵੇ ਤਾਂ ਫਿਰ ਤੋਬਾ ਕਰਨਗੇ। ਇਹਨੂੰ ਲਾਜ਼ਰ ਨੂੰ ਘੱਲ ਜੋ ਮੁਰਦਿਆਂ ਵਿੱਚ ਜੀ ਉੱਠੇ ਤੇ ਫਿਰ ਤੋਬਾ ਕਰਨਗੇ। ਪਰ ਉਸਨੇ ਉਹਨਾਂ ਨੂੰ ਆਖਿਆ, ਜੇ ਮੂਸਾ ਤੇ ਨਬੀਆਂ ਦੀ ਨਾ ਸੁਣ ਤਾਂ ਭਾਵੇਂ ਮੁਰਦਿਆਂ ਵਿੱਚੋਂ ਵੀ ਕਿਸੇ ਵੀ ਕੋਈ ਜੀ ਉੱਠੇ, ਪਰ ਉਹ ਉਹਨਾਂ ਦੀ ਨਾ ਸੁਣਨਗੇ। ਕਹਿੰਦਾ ਮੁਰਦਿਆਂ ਵਿੱਚ ਵੀ ਭਾਵੇਂ ਜੀ ਉੱਠਣ, ਉਹਨਾਂ ਦੀ ਨਾ ਸੁਣਨਗੇ। ਜਸਮਸੀ ਲੋਕਾਂ ਨੂੰ ਪਤਾ ਮੁਰਦਿਆਂ ਵਿੱਚ ਜੀ ਉੱਠਿਆ ਉਹ ਤਾਂ ਖੁਦਾ। ਕਹਿੰਦਾ ਮੇਰੇ 5 ਭਰਾ ਨੇ, ਮੈਂ ਤੇ ਨੰਬਰ ਵਿੱਚ ਕਲਪਣ ਲਿਆ, ਉਹ ਵੀ ਨਾ ਕਲਪਣ, ਇਹਨਾਂ ਨੂੰ ਘੱਲ। ਕਹਿੰਦਾ ਭਾਵੇਂ ਮੁਰਦਿਆਂ ਵਿੱਚੋਂ ਵੀ ਜੀ ਉੱਠੇ ਤਾਂ ਵੀ ਨਾ ਉਹ ਮੰਨਣਗੇ। ਲਾਜ਼ਰ ਨੂੰ ਘੱਲ ਜਿਹਨੂੰ ਸਵਰਗ ਵਿੱਚ ਹੈ। ਤੇਰੇ ਤੇ ਮੇਰੇ ਵਿੱਚ ਖਾਡਿਆ, ਕਹਿੰਦਾ ਤੁਸੀਂ ਇੱਧਰ ਵੀ ਨਹੀਂ ਆ ਸਕਦੇ, ਨਾ ਹੀ ਸਵਰਗ ਦੁਆਰਾ ਜਾ ਸਕਦਾ, ਨਾ ਨਰਕ ਵਾਲੇ ਸਾਡੇ ਪਾਸੇ ਆ ਸਕਦੇ ਆ। ਇਸ ਕਰਕੇ ਪਰਮੇਸ਼ਰ ਨੇ ਸਾਰੇ ਲੋਕਾਂ ਬਦਲੇ ਆਪਣੀ ਜਾਨ ਦਿੱਤੀ ਵੀ ਕੋਈ ਨਰਕ ਵਿੱਚ ਨਾ ਚੱਲ ਜੇ, ਸਾਰੇ ਲੋਕ ਬਚ ਸਕਣ। ਜਿਹੜਾ ਤੁਹਾਨੂੰ ਕਲਪ ਰਿਹਾ ਵਾ, ਇਹਦਾ ਮੁਰਦਿਆਂ ਵਿੱਚ ਘੱਲ। ਜਸਮਸੀ ਜੋ ਧਨੀ ਦੀ ਗੱਲ ਪੂਰੀ ਕਰਤੀ ਹੈ। ਜਸਮਸੀ ਆਮ ਮੁਰਦਿਆਂ ਵਿੱਚ ਜੀ ਉੱਠਿਆ, ਕੋਈ ਵੀ ਉਹਨੂੰ ਝੂਠਾ ਨਹੀਂ ਕਰ ਸਕਦਾ। ਜਸਮਸੀ ਨੂੰ ਲਾਜ਼ਰ ਦਾ ਕੰਮ ਉਹਨੇ ਆਪ ਕਰ ਦਿੱਤਾ। ਇਸ ਕਰਕੇ ਸਾਰੀਆਂ ਲੋਕ ਰੂਹ ਬਚਣ, ਸਾਰੇ ਲੋਕ ਜਿਹੜੇ ਰੂਹ ਵਿੱਚ ਜੋ ਸਵਰਗ ਵਿੱਚ ਜਾ ਸਕਣ, ਤੋਬਾ ਕਰਕੇ ਬਪਤਿਸਮਾ ਲੈ ਸਕਣ। ਪਰਮੇਸ਼ਰ ਚਾਹੁੰਦਾ ਵਾ ਕੋਈ ਨਰਕ ਵਿੱਚ ਨਾ ਚੱਲ ਜੇ। ਨਰਕ ਵਿੱਚ ਕਹਿੰਦਾ ਬਹੁਤ ਮਾੜਾ ਹਾਲ ਹੁੰਦਾ, ਨਾ ਪਾਣੀ ਨਾ ਉੱਥੇ ਕੁਛ ਨਹੀਂ ਹੈਗਾ। ਉੱਥੇ ਰੱਬ ਦਾ ਨਾਮ ਵੀ ਲੈਂਦੇ, ਬੜੀਆਂ ਦੁਆਵਾਂ ਵੀ ਕਰਦੇ, ਸਭ ਕੁਛ, ਪਰ ਉੱਥੇ ਨਹੀਂ। ਜੋ ਧਰਤੀ ਤੇ ਦੁਆ ਕਰੋਗੇ, ਪਰਮੇਸ਼ਰ ਦਾ ਨਾਮ ਲਓਗੇ, ਤੁਸੀਂ ਸਵਰਗ ਵਿੱਚ ਚਲੇ ਜਾਓਗੇ। ਜਿੱਦਾਂ ਸੂਰੀ ਉੱਤੇ 2 ਜਣੇ ਚੜੇ ਸੀ, ਇੱਕ ਸੱਜੇ ਤੇ ਇੱਕ ਖੱਬੇ। ਸੱਜੇ ਪਾਸੇ ਵਾਲਾ ਕਹਿੰਦਾ ਵੀ ਅਸੀਂ ਤੇ ਚੰਗੇ ਆ, ਜੋ ਅਸੀਂ ਤੇ ਪਾਪ ਕੀਤਾ ਵਾ, ਗੁਨਾਹ ਕੀਤਾ, ਪਰ ਇਹ ਪਰਮੇਸ਼ਰ ਚੰਗਾ ਵਾ ਜਿਹਨੇ ਕੋਈ ਗੁਨਾਹ ਨਹੀਂ ਕੀਤਾ। ਉਹ ਖੱਬੇ ਵਾਲਾ ਕਹਿੰਦਾ ਜੇ ਤੂੰ ਰੱਬ ਹੈ ਤਾਂ ਸਾਨੂੰ ਬਚਾ। ਤੇ ਸੱਜੇ ਵਾਲੇ ਨੂੰ ਕਹਿੰਦਾ ਵੀ ਤੂੰ ਹੁਣੇ ਹੀ ਮੇਰੇ ਨਾਲ ਸਵਰਗ ਵਿੱਚ
अजे चले जाएगा। वो जरा अपने आप ਨੂੰ ਬਚਾਉਣਾ ਚਾਹੁੰਦਾ ਫਿਰ ਮੈਂ ਧਰਤੀ ਤੇ ਆ ਕੇ ਫਿਰ ਚੋਰੀਆਂ ਡਾਕੇ ਮਾਰਾਂ। ਉਹ ਕਹਿੰਦਾ ਮੈਨੂੰ ਤੂੰ ਪਰਮੇਸ਼ਰ ਆਪਣੇ ਰਾਜ ਵਿੱਚ ਯਾਦ ਕਰੀ ਔਰ ਮੈਨੂੰ ਜੋ ਆ ਪਰਮੇਸ਼ਰ ਦੇ ਨਾਲ ਉਸੇ ਵੇਲੇ ਸਵਰਗ ਵਿੱਚ ਚਲਿਆ ਗਿਆ। ਇਹ ਤਾਂ ਸਾਰੇ ਲੋਕ ਜਦ ਸਵਰਗ ਵਿੱਚ ਚਲੇ ਜਾਣ ਜੋ ਜੋ ਪਰਮੇਸ਼ਰ ਨੂੰ ਮੰਨਣਗੇ ਸਭ ਲੋਕ ਸਵਰਗ ਵਿੱਚ ਜਾਣਗੇ। ਤਾਂ ਹੀ ਤਾਂ ਪਰਮੇਸ਼ਰ ਨੇ ਆਪਣੇ ਸੇਵਾਦਾਰ ਲਾਏ ਕੋਈ ਵੀ ਨਰਕ ਵਿੱਚ ਰੂਹ ਨਾ ਜਾਏ। ਸੇਵਕ ਦੇ ਪ੍ਰਚਾਰ ਸੁਣਾਉਂਦੇ ਨੇ ਸਾਰੇ ਲਾਏ ਹੋਏ ਨੇ। ਕਹਿੰਦਾ ਕੋਈ ਇਹ ਨੂੰ ਨਹੀਂ ਕਹਿ ਸਕਦਾ ਜੋ ਮੈਂ ਤੇਰਾ ਨਾਂ ਨਹੀਂ ਜਾਣਦਾ ਸੀ। ਕੋਈ ਲੋਕ ਵੀ ਨਹੀਂ ਕਹਿ ਸਕਦੇ। ਪਹਾੜਾਂ ਤੇ ਵੀ ਮੇਰਾ ਨਾਂ ਚੜ ਜਾਣਾ, ਪਹਾੜਾਂ ਤੇ ਵੀ ਉਹਦਾ ਨਾਂ ਚੜ ਗਿਆ, ਹਰ ਥਾਂ ਪਰਮੇਸ਼ਰ ਦਾ ਨਾਂ ਚੜ ਗਿਆ। ਅੰਡਲਾ ਸਮਾਂ ਵਾ ਭੈਣ ਭਰਾ ਦੇ ਕਹਿੰਦੇ ਵੀ ਇੱਕ ਦੂਜੇ ਨਾਲ ਮੰਨਣਗੇ। ਇਹਦਾ ਸਾਰੇ ਲੋਕ ਬਚਣ, ਸਾਰੇ ਲੋਕ ਸਵਰਗ ਵਿੱਚ ਜਾਣ। ਮੇਰੀ ਸੱਚੇ ਦਿਨ ਦਵਾ ਜਸ ਮਸੀਹ ਦੇ ਪੜੇ ਜਾਣੇ ਕਲਾਮ ਤੇ। ਹਾਂ ਹਾਲੇਲੂਇਆ।